ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਤਖਤ ਛਤਰ ਦੇ ਮਾਲਕ, ਲੋਕ ਪਰਲੋਕ ਸਹਾਏ ਹਾਜ਼ਰ ਨਾਜ਼ਰ ਵਾਲੀਏ ਕੁਲ ਆਲਮ ਦੋ ਜਹਾਂ ਮਾਲਕ, ਗੱਦੀ ਤੇ ਬਿਰਾਜਮਾਨ। ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੇ ਅੱਜ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਆਏ ਮੁੱਖ ਵਾਕ ਦੇ ਅੱਖਰੀ ਵਿਚਾਰ। ਅੱਜ ਦੇ ਪਾਵਨ ਹੁਕਮ ਦੀ ਬਖਸ਼ਿਸ਼ ਦੇ ਅੱਖਰੀ ਅਰਥ ਇਸ ਪ੍ਰਕਾਰ ਹਨ ਜੀ। ਅੱਜ ਦੇ ਪਾਵਨ ਹੁਕਮ, ਅੱਜ ਦੇ ਪਾਵਨ ਮੁੱਖ ਵਾਕ, ਗੁਰੂ ਨਾਨਕ ਦੀ ਪੰਜਵੀਂ ਜੋਤ, ਪੰਜਵਾਂ ਜਾਮਾ, ਪੰਚਮ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਤਿੰਨਾਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਹੋਏ ਧਨਾਸਰੀ ਰਾਗ ਦੇ ਅੰਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੇ ਪਾਵਨ ਅੰਗ 676 ਦੇ ਉੱਪਰ ਸੁਭਾਏਮਾਨ ਹਨ। ਗੁਰੂ ਪਿਆਰੀ ਸਾਧ ਸੰਗਤ ਜੀਓ, ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਸਮੂਹ ਸੰਗਤਾਂ ਆਪਣੀਆਂ ਹਾਜ਼ਰੀਆਂ ਗੁਰਦੇਵ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਲਗਾਓ, ਹੱਥ ਜੋੜੋ, ਮਸਤਕ ਝੁਕਾਓ, ਗੱਜ ਕੇ ਫਤਿਹ ਬੁਲਾਓ ਜੀ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਪ੍ਰਵਾਨ ਹੋਵੇ। ਗੁਰੂ ਪਿਆਰੀ ਸਾਧ ਸੰਗਤ ਜੀਓ, ਬਿਰਤੀਆਂ ਇਕਾਗਰ ਚਿੱਤ ਕਰੋ। ਆਪਾਂ ਅੱਜ ਦੇ ਪਾਵਨ ਹੁਕਮ ਦੀ ਬਖਸ਼ਿਸ਼ ਦੇ ਨਾਲ ਅੱਜ ਦੇ ਪਾਵਨ ਮੁੱਖ ਵਾਕ ਦੇ ਸ਼ਬਦੀ ਅਰਥਾਂ ਦੇ ਨਾਲ ਜੁੜਨ ਦਾ ਯਤਨ ਕਰੀਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ। ਧਨਾਸਰੀ ਮਹੱਲਾ ਪੰਜਵਾਂ। ਧਨਾਸਰੀ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਸ਼ਾਂਤੀ ਦੇ ਪੁੰਜ, ਸ਼ਹੀਦਾਂ ਦੇ ਸਰਤਾਜ, ਬਾਣੀ ਕੇ ਬੋਹਿਤ, ਸਾਡੇ ਕਲ ਜੁਗੀ ਜੀਵਾਂ ਦੇ ਉਧਾਰ ਦੇ ਵਾਸਤੇ ਬਖਸ਼ਿਸ਼ ਕਰ ਰਹੇ ਹਨ। ਪਾਵਨ ਉਪਦੇਸ਼ ਦੀ ਪਹਿਲੀ ਪੰਕਤੀ ਦੇ ਅੰਦਰ ਮੋਹਿ ਮਸਕੀਨ ਪ੍ਰਭ ਨਾਮ ਆਧਾਰ। ਮੋਹਿ ਮਸਕੀਨ ਪ੍ਰਭ ਨਾਮ ਆਧਾਰ। ਮਸਕੀਨ ਕਹਿੰਦੇ ਨੇ ਨਿਮਾਣਾ, ਆਜਿਜ਼, ਗਰੀਬਾ ਜਿਹਾ। ਹਲੀਮ ਹਮ ਮਸਕੀਨ, ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਹਮ ਮਸਕੀਨ ਖੁਦਾਈ ਬੰਦੇ, ਤੁਮਰਾ ਜਸ ਮਨ ਪਾਵੇ। ਮਸਕੀਨ ਕਹਿੰਦੇ ਨੇ ਸਾਧ ਸੰਗਤ ਜੀ ਨਿਮਾਣੇ ਨੂੰ। ਮੋਹੇ ਮੈਨੂੰ, ਮੋਹੇ ਮਸਕੀਨ ਮੈਨੂੰ ਨਿਮਾਣੇ ਨੂੰ, ਪ੍ਰਭ ਨਾਮ ਆਧਾਰ, ਪ੍ਰਭ ਪ੍ਰਭੂ ਅਕਾਲ ਪੁਰਖ ਵਾਹਿਗੁਰੂ। ਨਾਮ ਉਹ ਪਵਿੱਤਰ ਸ਼ਬਦ ਪ੍ਰਭੂ ਦਾ ਨਾਮ, ਆਧਾਰ ਆਸਰਾ, ਨਾਨਕ ਨਾਮ, ਨਾਮ ਜਪ ਜਪਿਆ ਅੰਤਰ ਬਾਹਰ ਰੰਗ। ਹੇ ਭਾਈ, ਮੈਨੂੰ ਆਜਿਜ਼ ਨਿਮਾਣੇ ਨੂੰ ਪਰਮਾਤਮਾ ਦੇ ਨਾਮ ਦਾ ਹੀ ਆਸਰਾ ਹੈ। ਮੈਨੂੰ ਨਿਮਾਣੇ ਨੂੰ, ਗਰੀਬ ਨੂੰ, ਮਸਕੀਨ ਨੂੰ ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਰਾਏ, ਨਾਮ ਦਾ ਆਸਰਾ ਹੈ।
ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਭਜਨ ਬੰਦਗੀ ਸਿਫਤ ਸਲਾਹ ਸੇਵਾ ਸਿਮਰਨ ਦਾ ਆਸਰਾ ਹੈ। ਖਾਟਨ ਕੋ ਹਰ ਹਰ ਰੋਜ਼ਗਾਰ, ਖਾਟਨ ਕੋ ਹਰ ਹਰ ਰੋਜ਼ਗਾਰ, ਖਾਟਨ ਕੋ ਤੋਂ ਭਾਵ ਖੱਟਣ ਵਾਸਤੇ, ਰੋਜ਼ਗਾਰ ਰੋਜੀ ਕਮਾਉਣ ਦੇ ਲਈ, ਮੇਰੇ ਵਾਸਤੇ ਖੱਟਣ ਕਮਾਉਣ ਦੇ ਲਈ ਹੀ ਪਰਮਾਤਮਾ ਦਾ ਨਾਮ ਰੋਜੀ ਹੈ। ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਮੇਰੇ ਵਾਸਤੇ ਖੱਟਣ ਅਤੇ ਕਮਾਉਣ ਦੇ ਲਈ ਰੋਜੀ ਹੈ। ਸਾਧ ਸੰਗਤ ਜੀ, ਸਾਡੇ ਲਈ ਰੁਜ਼ਗਾਰ ਕੀ ਆ? ਦੁਨਿਆਵੀ ਤੌਰ 'ਤੇ ਮਾਇਆ, ਜੋ ਅਸੀਂ ਉਸ ਨੂੰ ਸਭ ਕੁਝ ਸਮਝੀ ਬੈਠੇ ਹਾਂ। ਪਰ ਮੇਰੇ ਪਾਤਸ਼ਾਹ ਪਤਾ ਕੀ ਕਹਿੰਦੇ ਨੇ? ਮੋਹੇ ਮਸਕੀਨ ਪ੍ਰਭ ਨਾਮ ਆਧਾਰ, ਖਾਟਣ ਕੋ ਹਰ ਹਰ ਰੋਜ਼ਗਾਰ। ਖਾਟਣ ਕਹਿੰਦੇ ਨੇ ਖੱਟਣ, ਕਮਾਈ, ਰੋਜ਼ਗਾਰ ਰੋਜੀ ਕਮਾਉਣ ਵਾਲਾ, ਰੋਜੀ ਕਮਾਉਣ ਦੇ ਲਈ। ਹੇ ਭਾਈ, ਮੈਨੂੰ ਪਰਮਾਤਮਾ ਦੇ ਨਾਮ ਦਾ ਹੀ ਆਸਰਾ ਹੈ, ਸਹਾਰਾ ਹੈ, ਤੇ ਮੇਰੇ ਵਾਸਤੇ ਖੱਟਣ ਕਮਾਉਣ ਦੇ ਲਈ ਹੀ ਪਰਮਾਤਮਾ ਦਾ ਨਾਮ ਰੋਜੀ ਹੈ। ਤੇ ਪਰਮਾਤਮਾ ਦੇ ਨਾਮ ਨੂੰ ਖੱਟਣ ਵਾਸਤੇ, ਕਮਾਉਣ ਦੇ ਲਈ ਕੀ ਕਰਨਾ ਪੈਂਦਾ? ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਭਜਨ ਬੰਦਗੀ, ਸਿਫਤ ਸਲਾਹ ਅਤੇ ਸੇਵਾ ਸਿਮਰਨ। ਸਾਧ ਸੰਗਤ ਜੀ, ਇਹ ਕੰਮ ਕਰਨੇ ਪੈਂਦੇ ਨੇ। ਸੰਚਨ ਕਉ ਹਰ ਏਕੋ ਨਾਮ, ਸੰਚਨ ਕਉ ਹਰ ਏਕੋ ਨਾਮ। ਸੰਚਨ ਕਹਿੰਦੇ ਨੇ ਜਮ੍ਹਾਂ ਕਰਨਾ, ਇਕੱਠਾ ਕਰਨਾ। ਹਰ ਏਕੋ ਨਾਮ, ਉਸ ਹਰੀ ਦਾ ਇੱਕੋ ਨਾਮ, ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਭਜਨ ਬੰਦਗੀ ਸਿਫਤ ਸਲਾਹ ਮੇਰੇ ਵਾਸਤੇ ਇਕੱਠਾ ਕਰਨ ਦੇ ਲਈ ਵੀ ਪਰਮਾਤਮਾ ਦਾ ਨਾਮ ਹੈ। ਸਾਧ ਸੰਗਤ ਜੀ, ਇਹ ਮੇਰੇ ਪਾਤਸ਼ਾਹ ਦਾ ਹੁਕਮ ਹੈ, ਇਹ ਮੇਰੇ ਪਾਤਸ਼ਾਹ ਦਾ ਫਰਮਾਨ ਹੈ। ਪਰ ਅਸੀਂ ਮਾੜੀ ਜੀ ਅੰਦਰ ਆਤਮਾ ਦੇ ਹਿਰਦੇ ਘਰ ਦੇ ਵਿੱਚ ਝਾਤ ਮਾਰੀਏ ਕਿ ਅਸੀਂ ਨਾਮ ਧਨ ਇਕੱਠਾ ਕਰ ਰਹੇ ਹਾਂ, ਕਿ ਅਸੀਂ ਅੰਮ੍ਰਿਤ ਵੇਲਾ ਸਾਂਭ ਰਹੇ ਹਾਂ, ਕਿ ਅਸੀਂ ਨਿਤਨੇਮ ਕਰ ਰਹੇ ਹਾਂ। ਕਿਉਂਕਿ ਸਾਧ ਸੰਗਤ ਜੀ ਦੇਖੋ, ਚਾਹੇ ਦੁਨਿਆਵੀ ਧਨ ਹੈ, ਚਾਹੇ ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਧਨ ਹੈ, ਇਹ ਜੋੜਾਂਗੇ ਤਾਂ ਇਕੱਠਾ ਹੋਏਗਾ। ਹੁਣ ਦੁਨਿਆਵੀ ਧਨ ਨਾਲ ਸਾਧ ਸੰਗਤ ਜੀ ਮਾਇਆ ਮਾਇਆ ਹੈ, ਜਾਂ ਕੁਝ ਵੀ ਆਪਾਂ ਜ਼ਮੀਨ ਜਾਇਦਾਦ ਪ੍ਰੋਪਰਟੀ ਕਿਸੇ ਵੀ ਚੀਜ਼ ਨੂੰ ਇਕੱਤਰ ਕਰਾਂਗੇ, ਉਹ ਇਕੱਠੀ ਹੋ ਜਾਵੇਗੀ। ਉਹ ਆ ਮਾਤ ਲੋਕ ਦੇ ਵਿੱਚ ਰਹਿ ਜਾਣ ਵਾਲਾ, ਇਸ ਸੰਸਾਰ ਦੇ ਵਿੱਚ ਰਹਿ ਜਾਣ ਵਾਲਾ ਮਾਇਆ ਦਾ ਧਨ, ਭਾਵ ਮਾਇਆ। ਤੇ ਇਹ ਆ ਸੰਚਨ ਕੋ ਹਰ ਏਕੋ ਨਾਮ। ਆਪਾਂ ਉਹ ਜਮ੍ਹਾਂ ਨਹੀਂ ਕਰਨਾ, ਆਪਾਂ ਉਸ ਦੇ ਪਿੱਛੇ ਦੌੜਦੇ ਹਾਂ। ਜਦ ਕਿ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਸੰਚਨ ਕੋ ਹਰ ਏਕੋ ਨਾਮ। ਆਪਾਂ ਦੁਨਿਆਵੀ ਧਨ ਦੇ ਨਾਲ ਬੈਂਕ ਭਰੀ ਜਾਂਦੇ ਹਾਂ, ਉਹ ਬੈਂਕਾਂ ਦੇ ਵਿੱਚ ਪਿਆ ਹੋਇਆ। ਸੰਚਨ ਕੋ ਹਰ ਏਕੋ ਨਾਮ, ਸੰਚਨ ਕਹਿੰਦੇ ਨੇ ਜਮ੍ਹਾਂ ਕਰਨ ਦੇ ਲਈ, ਮੇਰੇ ਵਾਸਤੇ ਇਕੱਠਾ ਕਰਨ ਲਈ ਪਰਮਾਤਮਾ ਦਾ ਨਾਮ ਹੀ ਹੈ। ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਭਜਨ ਬੰਦਗੀ ਸਿਫਤ ਸਲਾਹ ਅਤੇ ਸੇਵਾ ਸਿਮਰਨ ਹੀ ਹੈ ਮੇਰੇ ਵਾਸਤੇ ਇਕੱਠਾ ਕਰਨ ਦੇ ਲਈ। ਨਾਨਕ ਏਕੋ ਰਵ ਰਹਿਆ, ਦੂਜਾ ਅਵਰ ਨਾ ਕੋਇ। ਆਤਮਾ ਪਰਾਤਮਾ, ਆਤਮਾ ਪਰਮਾਤਮਾ ਏਕੋ ਕਰੈ। ਆਤਮਾ ਨੂੰ ਤੇ ਉਸ ਪਰਮਾਤਮਾ ਨੂੰ ਇੱਕ ਕਰ ਲੈਣਾ ਹੋਏਗਾ। ਕਿਵੇਂ? ਨਾਨਕ ਏਕੋ ਰਵ ਰਹਿਆ, ਦੂਜਾ ਅਵਰ ਨਾ ਕੋਇ। ਸੰਚਨ ਕੋ ਹਰ ਏਕੋ ਨਾਮ। ਅਗਲੀ ਪੰਕਤੀ ਦੇ ਅੰਦਰ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਹਾਲਤ ਪਲਤ ਤਾਂ ਕੈ ਆਵੈ ਕਾਮ। ਹਾਲਤ ਪਲਤ ਤਾਂ ਕੈ ਆਵੈ ਕਾਮ। ਹਾਲਤ ਕੀ ਹੈ? ਇਹ ਮਾਤ ਲੋਕ ਇਸ ਸੰਸਾਰ ਦੇ ਵਿੱਚ, ਪਲਤ ਪਰਲੋਕ ਦੇ ਵਿੱਚ, ਤਾਂ ਕੈ ਕਾਮ ਉਸ ਮਨੁੱਖ ਦੇ ਕੰਮ। ਜਿਹੜਾ ਮਨੁੱਖ ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਭਜਨ ਬੰਦਗੀ ਸਿਫਤ ਸਲਾਹ ਕਰਦਾ ਹੈ, ਉਸ ਹਰ ਨਾਮ ਧਨ ਨੂੰ ਇਕੱਠਾ ਕਰਦਾ ਹੈ, ਇਸ ਲੋਕ ਤੇ ਪਰਲੋਕ ਦੇ ਵਿੱਚ ਉਹ ਨਾਮ ਧਨ ਕੰਮ ਆਉਂਦਾ ਹੈ। ਨਾਮ ਰਤੇ ਪ੍ਰਭ ਰੰਗ ਅਪਾਰ, ਨਾਮ ਰਤੇ ਪ੍ਰਭ ਰੰਗ ਅਪਾਰ। ਨਾਮ ਦੇ ਵਿੱਚ ਰੱਤੇ ਰੰਗੇ ਹੋਏ ਰੰਗ, ਪ੍ਰੇਮ ਰੰਗ ਦੇ ਵਿੱਚ ਅਪਾਰ ਬੇਅੰਤ। ਹੇ ਭਾਈ, ਪਰਮਾਤਮਾ ਦੇ ਨਾਮ ਦੇ ਵਿੱਚ ਮਸਤ ਹੋ ਕੇ
ਪਰਮਾਤਮਾ ਦੇ ਨਾਮ ਦੇ ਵਿੱਚ ਰੰਗੇ ਹੋ ਕੇ ਕੀ ਕਰੋ? ਸਾਧ ਗਾਵ ਹੈ ਗੁਣ ਏਕ ਨਿਰੰਕਾਰ ਰਹਾਉ। ਸਾਧ ਗਾਵ ਹੈ ਗੁਣ ਏਕ ਨਿਰੰਕਾਰ। ਨਿਰੰਕਾਰ ਕੌਣ ਹੈ? ਜਿਸ ਦਾ ਕੋਈ ਆਕਾਰ ਨਹੀਂ, ਭਾਵ ਵਾਹਿਗੁਰੂ। ਹੇ ਭਾਈ, ਪਰਮਾਤਮਾ ਦੇ ਨਾਮ ਵਿੱਚ ਮਸਤ ਹੋ ਕੇ ਸੰਤ ਜਨ ਬੇਅੰਤ ਪ੍ਰਭੂ ਦੇ ਪ੍ਰੇਮ ਵਿੱਚ ਜੁੜ ਕੇ ਇੱਕ ਨਿਰੰਕਾਰ ਦੇ ਗੁਣ ਗਾਉਂਦੇ ਰਹਿੰਦੇ ਹਨ। ਇੱਥੇ ਪਾਤਸ਼ਾਹ ਰਹਾਉ ਭਾਵ ਵਿਸ਼ਰਾਮ ਦੇ ਕੇ, ਠਹਿਰਾਓ ਦੇ ਕੇ ਬਖਸ਼ਿਸ਼ ਕਰਦੇ ਨੇ। ਸਾਧ ਕਹਿੰਦੇ ਨੇ ਸੰਤ ਜਨ ਗਾਵੇ ਗਾਉਂਦੇ ਨੇ। ਹੇ ਭਾਈ, ਪਰਮਾਤਮਾ ਦੇ ਨਾਮ ਵਿੱਚ ਮਸਤ ਹੋ ਕੇ ਸੰਤ ਜਨ ਬੇਅੰਤ ਪ੍ਰਭੂ ਦੇ ਪ੍ਰੇਮ ਵਿੱਚ ਜੁੜ ਕੇ ਉਸ ਇੱਕ ਨਿਰੰਕਾਰ ਦੇ ਗੁਣ ਗਾਉਂਦੇ ਰਹਿੰਦੇ ਨੇ। ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਭਜਨ ਬੰਦਗੀ ਸਿਫਤ ਸਲਾਹ ਕਰਦੇ ਰਹਿੰਦੇ ਨੇ। ਤੂੰ ਸਦਾ ਸਲਾਮਤ ਨਿਰੰਕਾਰ, ਉਸਤਤ ਮਨ ਮੈਂ ਕਰ ਨਿਰੰਕਾਰ, ਟੋਟ ਨ ਆਵੈ ਜਪ ਨਿਰੰਕਾਰ, ਹਰ ਜਨ ਪ੍ਰੀਤ ਜਪੇ ਨਿਰੰਕਾਰਾ, ਆਦ ਮਦ ਅੰਤ ਨਿਰੰਕਾਰੰ। ਦੇਖੋ ਸਾਧ ਸੰਗਤ ਜੀ, ਕਿਤਨੀ ਉਸਤਤ ਕੀਤੀ ਹੈ ਮੇਰੇ ਪਾਤਸ਼ਾਹ ਨੇ ਉਸ ਨਿਰੰਕਾਰ ਦੀ, ਅਕਾਲ ਪੁਰਖ ਵਾਹਿਗੁਰੂ ਦੀ। ਪਰਮਾਤਮਾ ਦੇ ਨਾਮ ਦੇ ਵਿੱਚ ਮਸਤ ਹੋ ਕੇ ਸੰਤ ਜਨ ਬੇਅੰਤ ਪ੍ਰਭੂ ਦੇ ਪ੍ਰੇਮ ਵਿੱਚ ਜੁੜ ਕੇ ਇੱਕ ਨਿਰੰਕਾਰ ਦੇ ਗੁਣ ਗਾਉਂਦੇ ਨੇ। ਇੱਥੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਰਹਾਉ ਭਾਵ ਵਿਸ਼ਰਾਮ ਦੇ ਕੇ ਬਖਸ਼ਿਸ਼ ਕਰ ਰਹੇ ਹਨ। ਸਾਧ ਕੀ ਸੋਭਾ ਆਤਮਸ ਕੀਨੀ, ਸਾਧ ਕੀ ਸੋਭਾ ਆਤਮਸ ਕੀਨੀ। ਆਤਮਸਕੀਨੀ ਤੋਂ ਭਾਵ ਬਹੁਤ ਨਿਮਰਤਾ। ਸਾਧ ਕੀ ਸੋਭਾ, ਸਾਧ ਕੌਣ ਹੈ? ਸੰਤ ਸਾਧੂ ਉਹ ਮਨੁੱਖ ਜਿਸ ਨੇ ਆਪਣੇ ਮਨ ਨੂੰ ਸਾਧਿਆ ਹੋਵੇ। ਮਸਕੀਨੀ ਕਹਿੰਦੇ ਨੇ ਗਰੀਬੀ, ਨਿਮਰਤਾ। ਹੇ ਭਾਈ, ਬਹੁਤ ਨਿਮਰਤਾ ਸੁਭਾਉ ਸੰਤ ਦੀ ਸੋਭਾ ਦਾ ਮੂਲ ਹੈ। ਬਹੁਤ ਨਿਮਰਤਾ ਵਾਲਾ ਸੁਭਾਉ ਸੰਤ ਦੀ ਸੋਭਾ ਦਾ ਮੂਲ ਹੈ। ਸਹਿਜ ਸੁਹੇਲਾ ਆਤਮਸਕੀਨੀ, ਸੰਤ ਵਡਾਈ ਹਰ ਜਸ ਚੀਨੀ, ਸੰਤ ਵਡਾਈ ਹਰ ਜਸ ਚੀਨੀ। ਚੀਨੀ ਕਹਿੰਦੇ ਨੇ ਪਛਾਨੀ, ਜਸ ਸਿਫਤ ਸਲਾਹ। ਸੰਤ ਉਹ ਮਨੁੱਖ, ਉਹ ਜੀਵ, ਉਹ ਮਹਾਨ ਹਸਤੀ ਜਿਸ ਨੇ ਮਨ ਇੰਦਰੀਆਂ ਨੂੰ ਸ਼ਾਂਤ ਸੰਤੁਸ਼ਟ ਕੀਤਾ ਹੋਇਆ ਹੈ। ਭਾਈ ਰੇ ਸੰਤ ਜਨਾ ਕੀ ਰੇਨ, ਸੰਤ ਸਭਾ ਗੁਰ ਪਾਈਐ, ਮੁਕਤ ਪਦਾਰਥ ਤੇਨ। ਹੈ ਭਾਈ, ਪਰਮਾਤਮਾ ਦੀ ਸਿਫਤ ਸਲਾਹ ਕਰਨੀ ਹੀ ਸੰਤ ਦੀ ਵਡਿਆਈ ਦਾ ਕਾਰਨ ਹੈ। ਪਰਮਾਤਮਾ ਦੀ ਸਿਫਤ ਸਲਾਹ ਕਰਨੀ ਸੰਤ ਦੀ ਵਡਿਆਈ ਦਾ ਕਾਰਨ ਹੈ। ਆਨੰਦ ਸੰਤਨ ਕੈ ਭਗਤ ਗੋਵਿੰਦ, ਆਨੰਦ ਸੰਤਨ ਕੈ ਭਗਤ ਗੋਵਿੰਦ। ਸੰਤਨ ਕੇ ਤੋਂ ਭਾਵ ਸੰਤਾਂ ਦੇ ਹਿਰਦੇ ਵਿੱਚ। ਆਨੰਦ ਸੰਤਨ ਕੈ ਭਗਤ ਗੋਵਿੰਦ, ਪਰਮਾਤਮਾ ਦੀ ਭਗਤੀ ਸੰਤ ਜਨਾਂ ਦੇ ਹਿਰਦੇ ਵਿੱਚ ਆਨੰਦ ਪੈਦਾ ਕਰਦੀ ਹੈ। ਆਨੰਦ ਸੰਤਨ ਕੈ ਭਗਤ ਗੋਬਿੰਦ, ਉਸ ਪਰਮਾਤਮਾ ਦੀ ਭਗਤੀ, ਉਸ ਮਾਲਕ ਦੀ, ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਸੰਤ ਜਨਾਂ ਦੇ ਹਿਰਦੇ ਵਿੱਚ ਆਨੰਦ ਪੈਦਾ ਕਰਦੀ ਹੈ। ਸੂਖ ਸੰਤਨ ਕੈ ਬਿਨਸੀ ਚਿੰਦ, ਸੂਖ ਸੰਤਨ ਕੈ ਬਿਨਸੀ ਚਿੰਦ। ਚਿੰਦ ਕਹਿੰਦੇ ਨੇ ਚਿੰਤਾ। ਸੂਖ ਸੰਤਨ ਕੈ, ਭਗਤੀ ਦੀ ਬਰਕਤ ਨਾਲ ਸੰਤਾਂ ਦੇ ਹਿਰਦੇ ਵਿੱਚ ਸੁਖ ਬਣਿਆ ਰਹਿੰਦਾ ਹੈ। ਉਹਨਾਂ ਦੇ ਅੰਦਰੋਂ ਚਿੰਤਾ ਨਾਸ ਹੋ ਜਾਂਦੀ ਹੈ ਭਗਤੀ ਦੀ ਬਰਕਤ ਨਾਲ। ਸਾਧ ਸੰਗਤ ਜੀ ਵੇਖੋ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਭਜਨ ਬੰਦਗੀ ਸਿਫਤ ਸਲਾਹ ਸੇਵਾ ਸਿਮਰਨ ਦੇ ਵਿੱਚ ਕਿਤਨੀ ਬਰਕਤ ਹੈ। ਸੂਖ ਸੰਤਨ ਕੈ ਬਿਨਸੀ ਚਿੰਦ,
ਭਗਤੀ ਦੇ ਵਿੱਚ, ਉਸ ਸੋਭਾ ਦੇ ਵਿੱਚ, ਮਾਲਕ ਦੀ ਵਡਿਆਈ ਦੇ ਵਿੱਚ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਮਹਿਮਾ ਦੇ ਵਿੱਚ, ਦਰਸ਼ਨ ਦੀਦਾਰ ਕਰਨ ਦੇ ਵਿੱਚ, ਬਾਣੀ ਦਾ ਨਿਤਨੇਮ ਕਰਨ ਦੇ ਵਿੱਚ ਕਿਤਨੀ ਵਡਿਆਈ ਹੈ। ਸੰਤ ਜਨਾਂ ਦੇ ਹਿਰਦੇ ਵਿੱਚ ਸੁੱਖ ਬਣਿਆ ਰਹਿੰਦਾ ਹੈ ਤੇ ਉਹਨਾਂ ਦੇ ਅੰਦਰੋਂ ਚਿੰਤਾ ਦਾ ਨਾਸ ਹੋ ਜਾਂਦਾ ਹੈ, ਚਿੰਤਾ ਨਾਸ ਹੋ ਜਾਂਦੀ ਹੈ। ਜਹ ਸਾਧ ਸੰਤਨ ਹੋਵਹਿ ਇਕੱਤਰ, ਜਹ ਜਿੱਥੇ ਇਕੱਤਰ ਇਕੱਠੇ ਹੈ ਭਾਈ। ਸੰਤ ਸਾਧ ਜਿੱਥੇ ਵੀ ਇਕੱਠੇ ਹੁੰਦੇ ਹਨ, ਕੀ ਕਰਦੇ ਨੇ? ਤਹ ਹਰ ਜਸ ਗਾਵਹਿ ਨਾਦ ਕਵਿਤ, ਤਹ ਹਰ ਜਸ ਗਾਵਹਿ ਨਾਦ ਕਵਿਤ। ਨਾਦ ਕਹਿੰਦੇ ਨੇ ਸਾਜ਼ ਵਜਾ ਕੇ, ਕਵਿਤ ਕਵਿਤਾ ਪੜ੍ਹ ਕੇ, ਉੱਥੇ ਉਹ ਸਾਜ਼ ਵਰਤ ਕੇ, ਬਾਣੀ ਪੜ੍ਹ ਕੇ ਪਰਮਾਤਮਾ ਦੀ ਸਿਫਤ ਸਲਾਹ ਹੀ ਗਾਉਂਦੇ ਨੇ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਕਿਤੇ ਇਕਾਗਰਤਾ ਦੇ ਵਿੱਚ ਹੁੰਦੇ ਤਾਂ ਭਾਈ ਮਰਦਾਨਾ ਨੂੰ ਕਹਿੰਦੇ, ਮਰਦਾਨਿਆਂ, ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੋਇਆ ਏ, ਰਬਾਬ ਛੇੜ ਤੁਰਕੀ ਬਾਣੀ ਆਈ ਹੈ। ਫਿਰ ਪਾਤਸ਼ਾਹ ਰਬਾਬ ਵਜਾ ਕੇ ਉਸ ਬਾਣੀ ਦਾ ਉਚਾਰਨ ਕਰਦੇ। ਭਾਈ ਮਰਦਾਨਾ ਜੀ ਰਬਾਬ ਵਜਾਉਂਦੇ, ਇਸੇ ਤਰ੍ਹਾਂ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ ਕਿ ਹੇ ਭਾਈ, ਜਿੱਥੇ ਵੀ ਸਾਧ ਸੰਤ ਇਕੱਠੇ ਹੁੰਦੇ ਨੇ, ਉੱਥੇ ਉਹ ਸਾਜ਼ ਵਰਤ ਕੇ ਬਾਣੀ ਪੜ੍ਹਦੇ ਨੇ ਤੇ ਪਰਮਾਤਮਾ ਦੀ ਸਿਫਤ ਸਲਾਹ ਦਾ ਹੀ ਗੀਤ ਗਾਉਂਦੇ ਨੇ। ਸਾਧ ਸਭਾ ਮਹਿ ਅਨੰਦ ਬਿਸਰਾਮ, ਸਾਧ ਸਭਾ ਮਹਿ ਅਨੰਦ ਬਿਸਰਾਮ। ਬਿਸਰਾਮ ਕਹਿੰਦੇ ਨੇ ਸਾਧ ਸੰਗਤ ਜੀ ਸ਼ਾਂਤੀ ਨੂੰ, ਤੇ ਸਭਾ ਕਹਿੰਦੇ ਨੇ ਸਾਰੀ ਸੰਗਤ ਭਾਵ ਸੰਤਾਂ ਦੀ ਸੰਗਤ ਵਿੱਚ ਬੈਠਿਆਂ ਹੈ ਭਾਈ। ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਭਜਨ ਬੰਦਗੀ ਸਿਫਤ ਸਲਾਹ ਕੀਤਿਆਂ, ਸੰਤਾਂ ਦੀ ਸੰਗਤ ਵਿੱਚ ਬੈਠਿਆਂ ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ, ਸ਼ਾਂਤੀ ਹਾਸਲ ਹੁੰਦੀ ਹੈ। ਜਾਂ ਪਤ ਲੇਖੇ ਨਾ ਪਵੈ, ਸਭਾ ਪੂਜਾ ਖੁਆਰ। ਸੰਤਾਂ ਦੀ ਸੰਗਤ ਦੇ ਵਿੱਚ ਬੈਠਿਆਂ ਸਾਧ ਸੰਗਤ ਜੀ ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ, ਸ਼ਾਂਤੀ ਹਾਸਲ ਹੁੰਦੀ ਹੈ। ਕੋਈ ਪਿਆਰ ਵਾਲੀ ਰੂਹ ਸਾਧ ਸੰਗਤ ਜੀ ਮਿਲ ਜਾਵੇ ਸੀ, ਉਹਦਾ ਚਿਹਰਾ ਵੇਖ ਕੇ ਮਨ ਗਦ-ਗਦ ਹੋ ਉੱਠਦਾ, ਮਨ ਨੂੰ ਇੱਕ ਸ਼ਾਂਤੀ ਮਹਿਸੂਸ ਹੁੰਦੀ ਹੈ। ਜਦੋਂ ਕਿਤੇ ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਭਜਨ ਬੰਦਗੀ ਸਿਫਤ ਸਲਾਹ ਵਾਲੀਆਂ ਰੂਹਾਂ ਦਾ ਮਿਲਾਪ ਹੋ ਜਾਂਦਾ ਹੈ। ਤੇ ਜੇ ਕਿਤੇ ਸੰਤ ਜਨਾਂ ਦੀ ਸੰਗਤ ਦੇ ਵਿੱਚ ਬੈਠ ਜਾਈਏ, ਆਪ ਵੱਡੇ ਭਾਗਾਂ ਵਾਲੇ ਹੋ, ਗੁਰੂ ਦੀ ਗੋਦ ਦਾ ਨਿੱਘ ਮਾਣ ਰਹੇ ਹੋ। ਆਹ ਸੰਤ ਰੂਪੀ ਰੂਹਾਂ ਬੈਠੀਆਂ ਨੇ ਸਾਧ ਸੰਗਤ ਜੀ, ਜਿਨ੍ਹਾਂ ਦੇ ਵਿੱਚ ਤੁਸੀਂ ਆਨੰਦ ਮਾਣ ਰਹੇ ਹੋ, ਜਿਨ੍ਹਾਂ ਦੀ ਸੰਗਤ ਕਰ ਰਹੇ ਹੋ। ਤੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਗਤ ਦੇ ਵਿੱਚ ਬੈਠਿਆਂ, ਪਾਤਸ਼ਾਹ ਦੇ ਸਨਮੁਖ ਬੈਠਿਆਂ ਆਤਮਿਕ ਆਨੰਦ ਪ੍ਰਾਪਤ ਹੁੰਦਾ ਏ, ਸ਼ਾਂਤੀ ਹਾਸਲ ਹੁੰਦੀ ਆ, ਬਸ਼ਰਤੇ ਤੁਸੀਂ ਇੱਕ ਇਕਾਗਰ ਚਿੱਤ ਹੋ ਕੇ ਬੈਠਣਾ ਹੈ। ਮਨ ਦੇ ਵਿੱਚ ਮੇਰੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਚਰਨਾਂ ਦਾ ਧਿਆਨ ਧਰਨਾ, ਇਕਾਗਰਤਾ ਦੇ ਨਾਲ ਨੇਤਰ ਬੰਦ ਕਰਕੇ, ਬਾਕੀ ਸਾਰੇ ਪਾਸਿਓਂ ਸੋਚਣਾ ਬੰਦ ਕਰ ਦੇਣਾ ਹੈ ਤੇ ਮਨ ਦੇ ਵਿੱਚ ਮਾਲਕ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦਾ ਧਿਆਨ ਧਰਨਾ। ਤੁਸੀਂ ਬੈਠੇ ਬੈਠੇ ਮਹਿਸੂਸ ਕਰੋਗੇ ਸਾਧ ਸੰਗਤ ਜੀ, ਮਨ ਨੂੰ ਆਤਮਿਕ ਆਨੰਦ ਪ੍ਰਾਪਤ ਹੋਇਆ ਹੈ, ਹਿਰਦੇ ਨੂੰ ਸ਼ਾਂਤੀ ਹਾਸਲ ਹੋਈ ਹੈ। ਕੁਝ ਪਲਾਂ ਦੇ ਵਿੱਚ ਤੁਹਾਡਾ ਦੁਨੀਆ ਦੇ ਨਾਲੋਂ ਨਾਤਾ ਟੁੱਟ ਜਾਵੇਗਾ, ਮਨ ਇਕਾਗਰਤਾ ਦੇ ਵਿੱਚ ਆ ਜਾਵੇਗਾ। ਉਨ ਸੰਗ ਸੋ ਪਾਏ ਜਿਸ ਮਸਤਕ ਕਰਾਮ, ਉਨ ਸੰਗ ਪਾਏ, ਉਨ ਸੰਗ ਸੋ ਪਾਏ ਜਿਸ ਮਸਤਕ ਕਰਾਮ। ਉਨ ਸੰਗ ਉਹਨਾਂ ਦੀ ਸੰਗਤ ਕੀਤਿਆਂ, ਮਸਤਕ ਮੱਥੇ ਉੱਤੇ ਕਰਾਮ ਕਰਮ ਬਖਸ਼ਿਸ਼। ਪਰ ਉਹਨਾਂ ਦੀ ਸੰਗਤ ਉਹੀ ਮਨੁੱਖ ਪ੍ਰਾਪਤ ਕਰਦਾ ਹੈ ਜਿਸ ਦੇ ਮੱਥੇ ਦੇ ਉੱਤੇ ਬਖਸ਼ਿਸ਼ ਦਾ ਲੇਖ ਲਿਖਿਆ ਹੋਵੇ। ਦੋਏ ਕਰ ਜੋੜ ਕਰੀ ਅਰਦਾਸ, ਦੋਏ ਕਰ ਜੋੜ ਕਰੀ ਅਰਦਾਸ। ਦੋਏ ਕਰ ਜੋੜ
ਕਰੀ ਅਰਦਾਸ। ਦੋਏ ਤੋਂ ਭਾਵ ਦੋਵੇਂ ਹੱਥ। ਕਰੀ ਮੈਂ ਕਰਦਾ ਹਾਂ, ਹੇ ਭਾਈ ਮੈਂ ਆਪਣੇ ਦੋਵੇਂ ਹੱਥ ਜੋੜ ਕੇ ਅਰਦਾਸ ਕਰਦਾ ਹਾਂ। ਚਰਨ ਪਖਾਰ ਕਹਾਂ ਗੁਣ ਤਾਸ। ਚਰਨ ਪਖਾਰ, ਪਖਾਰ ਕਹਿੰਦੇ ਨੇ ਧੋ ਕੇ, ਗੁਣ ਤਾਸ ਗੁਣਾ ਦਾ ਖਜ਼ਾਨਾ, ਕਿ ਮੈਂ ਸੰਤ ਜਨਾਂ ਦੇ ਚਰਨ ਧੋ ਧੋ ਕੇ ਗੁਣਾ ਦੇ ਖਜ਼ਾਨੇ ਪਰਮਾਤਮਾ ਦਾ ਨਾਮ ਉਚਾਰਦਾ ਰਹਾ। ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਭਜਨ ਬੰਦਗੀ ਸਿਫਤ ਸਲਾਹ ਕਰਦਾ ਰਹਾ। ਪ੍ਰਭ ਦਇਆਲ ਕਿਰਪਾਲ ਹਜ਼ੂਰ। ਪ੍ਰਭ ਦਇਆਲ ਕਿਰਪਾਲ ਹਜ਼ੂਰ, ਹੈ ਭਾਈ ਜਿਹੜੇ ਦਇਆਲ ਕਿਰਪਾਲ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਸਦਾ ਟਿਕੇ ਰਹਿੰਦੇ ਨੇ, ਉਹਨਾਂ ਦੇ ਚਰਨਾਂ ਨੂੰ ਪਖਾਰ ਦੋਏ ਕਰ ਜੋੜ ਕਰੀ ਅਰਦਾਸ। ਮੈਂ ਮਾਲਕ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ। ਚਰਨ ਪਖਾਰ ਕਹਾਂ ਗੁਣ ਤਾਸ। ਪ੍ਰਭ ਦਇਆਲ ਕਿਰਪਾਲ ਹਜ਼ੂਰ, ਜਿਹੜੇ ਦਇਆਲ ਕਿਰਪਾਲ ਪ੍ਰਭੂ ਦੀ ਹਜ਼ੂਰੀ ਵਿੱਚ ਸਦਾ ਟਿਕੇ ਰਹਿੰਦੇ ਨੇ, ਮੈਂ ਆਪਣੇ ਦੋਵੇਂ ਹੱਥ ਜੋੜ ਕੇ ਅਰਦਾਸ ਕਰਦਾ ਹਾਂ। ਮੈਂ ਸੰਤ ਜਨਾਂ ਦੇ ਚਰਨ ਧੋ ਕੇ ਗੁਣਾ ਦੇ ਖਜ਼ਾਨੇ ਪਰਮਾਤਮਾ ਦਾ ਨਾਮ ਉਚਾਰਦਾ ਰਹਾ। ਜਿਹੜੇ ਦਇਆਲ ਕਿਰਪਾਲ ਪ੍ਰਭੂ ਦੀ ਹਜ਼ੂਰੀ ਵਿੱਚ ਸਦਾ ਟਿਕੇ ਰਹਿੰਦੇ ਨੇ, ਨਾਨਕ ਜੀਵੈ ਸੰਤਾਂ ਧੂਰ। ਨਾਨਕ ਜੀਵੈ ਸੰਤਾਂ ਧੂਰ, ਜੀਵੇ ਤੋਂ ਭਾਵ ਆਤਮਿਕ ਜੀਵਨ ਪ੍ਰਾਪਤ ਕਰਦਾ ਹੈ। ਧੂੜ ਚੜਨ ਧੂੜ ਦੇ ਨਾਲ, ਨਾਨਕ ਉਹਨਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਤੋਂ ਆਤਮਿਕ ਜੀਵਨ ਪ੍ਰਾਪਤ ਕਰਦਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸਨ ਅੱਜ ਦੇ ਪਾਵਨ ਹੁਕਮ ਦੇ ਆਖਰੀ ਵਿਚਾਰ। ਵਿਚਾਰ ਕਰਦਿਆਂ ਹੋਇਆਂ, ਬਾਣੀ ਪੜ੍ਹਦਿਆਂ ਹੋਇਆਂ ਦਾਸਰਿਆਂ ਤੋਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਤਰੁੱਟੀਆਂ ਰਹਿ ਗਈਆਂ ਹੋਣਗੀਆਂ। ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ ਜੀ, ਬਖਸ਼ ਲੈਣਾ। ਇਤਨੀਆਂ ਕੁ ਬੇਨਤੀਆਂ, ਇਤਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਨੀਆਂ ਜੀ। ਭੁੱਲ ਚੁੱਕ ਦੀ ਖਿਮਾ। ਗੱਜ ਕੇ ਫਤਿਹ ਬੁਲਾਓ ਜੀ, ਕਹੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।